ਜਦੋਂ ਤੁਸੀਂ ਸੁਰਤ ਕਰਕੇ ਸ਼ਬਦ ਨੂੰ ਪਕੜ ਲਵੋਗੇ, ਫਿਰ ਤੁਹਾਨੂੰ ਪਤਾ ਲੱਗੇਗਾ ਮਾਲਕ ਦੀ ਜੋ ਰਚਨਾ ਹੈ ਨਾ, ਉਸ ਮਾਲਕ ਦੀ ਇਸ ਅਦਭੁਤ ਰਚਨਾ ਦੇ ਵਿੱਚ ਬਹੁਤ ਕੁਝ ਸਾਨੂੰ ਨਜ਼ਰ ਆਉਂਦਾ ਹੈ ਤੇ ਬਹੁਤ ਤੋਂ ਜ਼ਿਆਦਾ ਐਸਾ ਕੁਝ ਹੈ ਜੋ ਸਾਨੂੰ ਨਜ਼ਰ ਨਹੀਂ ਆਉਂਦਾ। ਐਸੀ ਵਡਿਆਈ ਹੈ ਮਾਲਕ ਪਰਮੇਸ਼ਰ ਦੀ। ਸਰੀਰ ਨੂੰ ਵੇਖ ਲਵੋ, ਆਪਾਂ ਬਾਹਰ ਦੀ ਗੱਲ ਨਹੀਂ ਕਰਨੀ, ਸਰੀਰ ਦੀ ਗੱਲ ਕਰਨੀ ਹੈ। ਉਸ ਵਾਹਿਗੁਰੂ ਮਾਲਕ ਨੇ ਇਸ ਆਤਮਾ ਦੇ ਉੱਪਰ 3 ਸਰੀਰ ਬਣਾਏ ਹਨ। ਇਹ ਵੇਖ ਕੇ ਸੋਚ ਕੇ ਆਪਾਂ ਹੈਰਾਨ ਵੀ ਹੋ ਜਾਵਾਂਗੇ ਕਿ ਸਾਨੂੰ ਤੇ ਇੱਕੋ ਸਰੀਰ ਦਿਸਦਾ ਏ, ਪਰ ਜਦੋਂ ਆਪਾਂ ਮਹਾਂਪੁਰਖਾਂ ਦਾ ਸੰਗ ਕਰਾਂਗੇ, ਉਹਨਾਂ ਦੇ ਸਤ ਸੰਗ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਕਿ ਸਰੀਰ ਇੱਕ ਤਰ੍ਹਾਂ ਦਾ ਨਹੀਂ ਹੈ। ਆਤਮਾ ਨੇ 3 ਤਰ੍ਹਾਂ ਦਾ ਚੋਲਾ ਪਾਇਆ ਹੈ, 3 ਤਰ੍ਹਾਂ ਦਾ ਸਰੀਰ। ਜਿਸ ਤਰ੍ਹਾਂ ਆਪਾਂ ਕੱਪੜੇ ਬਦਲਦੇ ਹਾਂ ਨਾ, ਇਸੇ ਤਰ੍ਹਾਂ ਸਾਡੀ ਜੋ ਆਤਮਾ ਹੈ, ਜੋ ਸਾਡੀ ਜੋਤ ਹੈ, ਜੋ ਆਪਾਂ ਜੋਤ ਸਰੂਪ ਹਾਂ, ਇਹ ਵੀ ਸਰੀਰ ਰੂਪੀ ਕੱਪੜਾ ਬਦਲਦੀ ਰਹਿੰਦੀ ਹੈ। ਜਿਸ ਤਰ੍ਹਾਂ ਆਪਾਂ ਸਿਆਲ ਦੇ ਵਿੱਚ 3-3 4-4 ਕੱਪੜੇ ਪਾਉਂਦੇ ਹਾਂ ਨਾ, ਗਰਮੀ ਦੇ ਵਿੱਚ ਵੀ ਪਾਉਂਦੇ ਹਾਂ, ਇਸੇ ਤਰ੍ਹਾਂ ਆਤਮਾ ਨੇ ਵੀ 3 ਤਰ੍ਹਾਂ ਦਾ ਚੋਲਾ, 3 ਤਰ੍ਹਾਂ ਦੇ ਕੱਪੜੇ ਪਾਏ ਹਨ। 3 ਤਰ੍ਹਾਂ ਦਾ ਸਰੀਰ ਵਿਦਵਾਨਾਂ ਨੇ, ਮਹਾਂਪੁਰਖਾਂ ਨੇ, ਫਿਲਾਸਫਰਾਂ ਨੇ ਮੰਨਿਆ ਹੈ। ਇੱਕ ਸਰੀਰ ਸਾਨੂੰ ਨਜ਼ਰ ਆਉਂਦਾ ਹੈ, ਜਿਹਨੂੰ ਅਸਥੂਲ ਸਰੀਰ ਕਿਹਾ ਜਾਂਦਾ ਹੈ। ਅਸਥੂਲ ਉਹ ਹੁੰਦਾ ਹੈ ਜੋ ਦਿਸਦਾ ਹੈ, ਅਸਥੂਲ ਚੀਜ਼ ਨਜ਼ਰ ਵਿੱਚ ਆਉਂਦੀ ਹੈ। ਇੱਕ ਹੈ ਸੂਖਮ, ਜੋ ਨਜ਼ਰ ਨਹੀਂ ਆਉਂਦੀ, ਤੇ ਇੱਕ ਹੈ ਕਾਰਨ, ਜੋ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ, ਬਿਲਕੁਲ ਵੀ। ਇਸ ਲਈ ਜਿਹੜਾ ਅਸਥੂਲ ਸਰੀਰ ਹੈ, ਇਹ 5 ਤੱਤਾਂ ਦਾ ਬਣਿਆ ਹੈ। 5 ਤੱਤ ਆਪਾਂ ਜਾਣਦੇ ਹਾਂ: ਮਿੱਟੀ, ਹਵਾ, ਪਾਣੀ, ਆਕਾਸ਼ ਤੱਤ ਤੇ ਅੱਗ। ਇਹ 5 ਤੱਤ ਹੋ ਗਏ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਖਿਆ ਏ, 5 ਤੱਤ ਕਾ ਤਨ ਰਚਿਓ, ਜਾਨਹੁ ਚਤੁਰ ਸੁਜਾਨ। ਜੇਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਅਸਥੂਲ ਸਰੀਰ 5 ਤੱਤਾਂ ਦਾ ਏ। ਇਹਦੇ ਅੰਦਰ ਇੱਕ ਹੋਰ ਸਰੀਰ ਹੈ, ਉਹ ਜਿਹੜਾ ਸਰੀਰ ਹੈ ਉਹਨੂੰ ਆਖਦੇ ਹਨ ਸੂਖਮ ਸਰੀਰ। ਉਹ 18 ਤੱਤਾਂ ਦਾ ਮੰਨਿਆ ਹੈ। 18 ਤੱਤਾਂ ਦੇ ਵਿੱਚੋਂ 5 ਤੇ ਹੋ ਗਏ ਪ੍ਰਾਣ। 5 ਪ੍ਰਾਣ ਕਿਹੜੇ ਹਨ? ਪ੍ਰਾਣ, ਅਪਾਨ, ਸਮਾਨ, ਵਿਆਨ ਤੇ ਉਦਾਨ। ਇਹ 5 ਪ੍ਰਾਣ ਹੋ ਗਏ। ਇਹ ਸਾਡੇ ਸਰੀਰ ਦੇ ਵਿੱਚ ਹਨ। 5 ਹੋ ਗਏ ਗਿਆਨ ਇੰਦਰੀ, ਜਿਨ੍ਹਾਂ ਰਾਹੀਂ ਸਾਨੂੰ ਗਿਆਨ ਮਿਲਦਾ ਹੈ। ਅੱਖਾਂ ਰਾਹੀਂ ਸਾਨੂੰ ਗਿਆਨ ਮਿਲਦਾ ਹੈ, ਕੰਨਾਂ ਰਾਹੀਂ ਗਿਆਨ ਮਿਲਦਾ ਹੈ, ਜ਼ਬਾਨ ਦੇ ਜ਼ਰੀਏ ਸਾਨੂੰ ਗਿਆਨ ਮਿਲਦਾ ਹੈ। ਇਹ ਗਿਆਨ ਇੰਦਰੀ। 1 ਤੇ 5 ਹੋ ਗਏ ਕਰਮ ਇੰਦਰੀ, ਜਿਨ੍ਹਾਂ ਦੇ ਜ਼ਰੀਏ ਆਪਾਂ ਕਰਮ ਕਰਦੇ ਹਾਂ। ਹੱਥ, ਪੈਰ ਤੇ ਜ਼ਬਾਨ, ਇਹਨਾਂ ਦੇ ਜ਼ਰੀਏ ਆਪਾਂ ਕਰਮ ਕਰਦੇ ਹਾਂ। 2 ਹੱਥ ਹੋ ਗਏ, 2 ਪੈਰ ਹੋ ਗਏ ਤੇ ਜ਼ਬਾਨ ਹੋ ਗਈ।
ਇਹ 5 ਕਰਮ ਇੰਦਰੀ, 5 ਪ੍ਰਾਣ ਤੇ 5 ਗਿਆਨ ਇੰਦਰੇ 10 ਹੋ ਗਏ, ਤੇ 5 ਕਰਮ ਇੰਦਰੇ 15 ਹੋ ਗਏ। ਤੇ ਅੱਗੇ ਆ ਜਾਂਦਾ ਹੈ ਸਾਡਾ ਮਨ, ਦੂਜਾ ਸਾਡੀ ਬੁੱਧੀ, ਤੀਜਾ ਚਿੱਤ, ਚੌਥਾ ਹੰਕਾਰ। ਟੋਟਲ ਇਹ 18 ਹੋ ਜਾਂਦੇ ਹਨ, 18। ਇਸ ਲਈ ਜਿਹੜਾ ਸੂਖਮ ਸਰੀਰ ਹੈ ਉਹ 18 ਤੱਤਾਂ ਦਾ ਬਣਿਆ ਹੈ, 18 ਤੱਤਾਂ ਦਾ। ਜਿਹੜਾ ਸੂਖਮ ਸਰੀਰ ਹੈ ਨਾ, ਸੂਖਮ ਸਰੀਰ ਸਾਡਾ ਜਿਹੜਾ ਹੈ, ਜਿਹੜੇ ਸਾਡੇ ਗਿਆਨ ਇੰਦਰੀ ਤੇ ਕਰਮ ਇੰਦਰੀ ਹਨ, ਇਹਨਾਂ ਦੇ ਜ਼ਰੀਏ ਆਪਾਂ ਕਰਮ ਕਰਦੇ ਹਾਂ। ਮਨ ਦੇ ਵਿੱਚ ਆਪਾਂ ਸੋਚਦੇ ਹਾਂ, ਸੁਪਨਾ ਲੈਂਦੇ ਹਾਂ। ਕਰਮ ਪੈਦਾ ਕਰਨ ਵਾਸਤੇ ਮਨ ਦੇ ਵਿੱਚ ਸੰਕਲਪ ਉੱਠਦਾ ਹੈ ਕਿ ਮੈਂ ਆਹ ਕਰਮ ਕਰਨਾ ਹੈ, ਜਾਂ ਮੈਂ ਪੈਦਾ ਕਰਨ ਵਾਲਾ ਹਾਂ, ਜਾਂ ਮੈਂ ਬਣਾਉਣ ਵਾਲਾ ਹਾਂ, ਇਹ ਸਾਰਾ ਕੁਝ ਮੇਰਾ ਏ, ਇਹ ਕਰਮ ਬਣਦਾ ਪਿਆ ਏ, ਇਹ ਸੰਸਕਾਰ ਬਣਦੇ ਪਏ ਹਨ ਕਿ ਮੈਂ, ਮੇਰਾ ਸਰੀਰ, ਮੇਰਾ ਪਰਿਵਾਰ, ਮੈਂ ਕਰਮ ਕਰਦਾ ਹਾਂ, ਮੈਂ ਪੈਦਾ ਕਰਦਾ ਹਾਂ, ਮੈਂ ਰੋਟੀ ਕਮਾਉਂਦਾ ਹਾਂ, ਤੇ ਮੈਂ ਪਰਿਵਾਰ ਨੂੰ ਪਾਲਦਾ ਹਾਂ। ਫਿਰ ਆਪਾਂ ਸੁਪਨੇ ਵਿੱਚ ਬੜਾ ਕੁਝ ਸੋਚਦੇ ਹਾਂ ਕਿ ਮੈਂ ਆਹ ਬਣ ਜਾਵਾਂ, ਮੈਂ ਪੰਛੀ ਦੇ ਵਾਂਗੂ ਹਵਾ ਦੇ ਵਿੱਚ ਉੱਡਾਂ, ਮੇਰੀ ਤਰੱਕੀ ਹੋਵੇ, ਉੱਚੇ ਮੰਦਰ, ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਇਹ ਆਪਾਂ ਸੁਪਨਾ ਲੈਂਦੇ ਹਾਂ। ਸੂਖਮ ਸਰੀਰ ਜਿਹੜਾ ਹੈ ਨਾ ਸਾਡਾ, ਉਹ ਸੁਪਨੇ ਲੈਂਦਾ ਏ। ਸੂਖਮ ਸਰੀਰ, ਮਨ ਦੇ ਵਿੱਚ ਸੰਕਲਪ ਉੱਠਦੇ ਹਨ, ਖਿਆਲ ਫੁਰਨੇ ਉੱਠਦੇ ਹਨ, ਤੇ ਅਸਥੂਲ ਸਰੀਰ ਕਰਮ ਕਰਦਾ ਏ, ਉਹ ਕਰ ਦਿੰਦਾ ਏ। ਮਨ ਸੋਚਦਾ ਏ, ਸਰੀਰ ਕਰ ਦਿੰਦਾ ਏ, ਉਹ ਕਰਮ ਬਣ ਗਿਆ। ਕਰਮ 3 ਤਰ੍ਹਾਂ ਦੇ ਮੰਨੇ, ਇੱਕ ਕਿਰਿਆਮਾਨ ਕਰਮ, ਇੱਕ ਸੰਚਿਤ, ਤੇ ਇੱਕ ਹੋ ਗਈ ਹੈ ਪਰਾਲਬਧ। ਹੈ ਤੇ ਵਿਸ਼ਾ ਇਹ ਬਹੁਤ ਬਰੀਕ ਹੈ। ਨਾਮ ਨਾਲ ਜੁੜਾਂਗੇ, ਲਗਾਤਾਰ ਆਪਾਂ ਬਾਣੀ ਦੀ ਵਿਚਾਰ ਦੇ ਨਾਲ ਜੁੜੇ ਰਵਾਂਗੇ, ਫਿਰ ਸਾਨੂੰ ਸਹਿਜੇ ਸਹਿਜੇ ਬਾਣੀ ਦੀ ਵਿਚਾਰ ਸਮਝ ਲੱਗਦੀ ਜਾਵੇਗੀ। ਹੁਣ ਆਪਾਂ ਬਾਣੀ ਪੜ੍ਹਦੇ ਹਾਂ, ਤੇ ਬਾਣੀ ਪੜ੍ਹ ਕੇ ਆਪਾਂ ਛੇਤੀ ਨਾਲ ਅੱਗੇ ਲੰਘੀ ਜਾਂਦੇ ਹਾਂ, ਪਰ ਗੁਰੂ ਬਾਣੀ ਦੀ ਜਿਹੜੀ ਗਹਿਰਾਈ ਹੈ, ਜਿਹੜਾ ਗਹਿਰਾ ਤਲ ਹੈ, ਉਹਦੇ ਵਿੱਚ ਨਹੀਂ ਅਸੀਂ ਜਾ ਰਹੇ। ਗੁਰਬਾਣੀ ਕਿਸੇ ਆਮ ਕਵੀ ਦੀ ਰਚਨਾ ਨਹੀਂ ਹੈ। ਗੁਰਬਾਣੀ ਸਾਰੇ ਬ੍ਰਹਿਮੰਡ ਦਾ ਗਿਆਨ ਹੈ। ਗੁਰਬਾਣੀ ਸਾਡੇ ਸਰੀਰ ਦਾ ਗਿਆਨ ਹੈ। ਗੁਰਬਾਣੀ ਉਸ ਅਲੌਕਿਕ ਦ੍ਰਿਸ਼ ਦਾ ਗਿਆਨ ਹੈ। ਗੁਰਬਾਣੀ ਦਿਵ ਸ਼ਕਤੀਆਂ ਦਾ ਗਿਆਨ ਹੈ। ਗੁਰਬਾਣੀ ਉਸ ਪਰਮ ਜੋਤ ਦਾ ਗਿਆਨ ਹੈ। ਗੁਰਬਾਣੀ ਕੋਈ ਆਮ ਕਵੀ ਦੀ ਰਚਨਾ ਨਹੀਂ। ਆਪਾਂ ਸ਼੍ਰੀ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਨਾ, ਸੁਣਿਆ ਜੋਗ ਜੁਗਤ ਤਨ ਭੇਦ। ਗੁਰਬਾਣੀ ਦੇ ਵਿੱਚ ਸਾਡੇ ਸਰੀਰ ਦਾ ਭੇਦ ਦੱਸਿਆ ਗਿਆ ਹੈ। ਗੁਰਬਾਣੀ ਸਾਡੇ ਸਰੀਰ ਦਾ ਗਿਆਨ ਹੈ। ਗੁਰਬਾਣੀ ਨੂੰ ਇਸ ਕਰਕੇ ਪੜ੍ਹਨਾ ਚਾਹੀਦਾ ਹੈ ਕਿ ਪਰਮਾਤਮਾ ਨਾਲ ਜੁੜਨਾ ਕਿਹੜੇ ਢੰਗ ਨਾਲ ਹੈ। ਗੁਰਬਾਣੀ ਸਾਨੂੰ ਇਹ ਗਿਆਨ ਦਿੰਦੀ ਹੈ। ਸੁਣਿਆ ਜੋਗ ਜੁਗਤ, ਜੋਗ ਆਖਦੇ ਹਨ ਜੁੜਨਾ। ਪਰਮਾਤਮਾ ਨਾਲ ਕਿਹੜੇ ਢੰਗ ਨਾਲ ਜੁੜਿਆ ਜਾਵੇ। ਉਹ ਜੁਗਤੀ ਕਿਹੜੀ ਹੈ?
ਇਹ ਗੁਰਬਾਣੀ ਨੂੰ ਪੜ੍ਹ ਕੇ ਪਤਾ ਲੱਗਦਾ ਹੈ। ਸੁਣਿਆ ਹੈ ਜੋਗ ਜੁਗਤ, ਗੁਰਬਾਣੀ ਸਾਨੂੰ ਦੇਣੀ ਹੈ ਜੁਗਤੀ ਕਿ ਭਾਈ ਇਸ ਢੰਗ ਨਾਲ ਤੁਸੀਂ ਉਸ ਮਾਲਕ ਦੇ ਨਾਲ ਜੁੜ ਸਕਦੇ ਹੋ। ਸੁਣਿਆ ਜੋਗ ਜੁਗਤ ਤਨ ਭੇਦ, ਤਨ ਆਖਦੇ ਹਨ ਸਾਡੇ ਸਰੀਰ ਨੂੰ, ਤੇ ਭੇਦ ਕੀ ਆਖਿਆ ਗਿਆ? ਭੇਦ ਇਹੀ ਹੈ ਕਿ ਸਰੀਰ ਨੂੰ ਆਮ ਨਾ ਜਾਣੋ। ਜਿਸ ਤਰ੍ਹਾਂ ਅਸੀਂ ਸਹਿਜੇ ਆਖ ਦਿੰਨੇ ਆ ਨਾ, ਇਹ ਤੇ ਮਿੱਟੀ ਦਾ ਸਰੀਰ ਹੈ, ਮਿੱਟੀ ਵਿਕ ਜਾ ਰਲਦਾ, ਕੱਲਾ ਮਿੱਟੀ ਦਾ ਨਹੀਂ ਬਣਿਆ, ਕੱਲਾ ਮਿੱਟੀ ਤੱਤ ਦਾ ਥੋੜਾ ਸਰੀਰ ਬਣਿਆ, ਇਹਦੇ ਵਿੱਚ ਕਿੰਨੇ ਤੱਤ ਰਲੇ ਹਨ। 5 ਤੱਤਾਂ ਦਾ ਤੇ ਅਸਥੂਲ ਸਰੀਰ ਬਣ ਗਿਆ, 18 ਤੱਤਾਂ ਦਾ ਸੂਖਮ ਸਰੀਰ ਬਣਿਆ ਹੈ। ਇਸ ਲਈ ਸਰੀਰ ਕੱਲਾ ਮਿੱਟੀ ਦਾ ਨਹੀਂ ਬਣਿਆ, ਇਹ ਕੋਈ ਆਮ ਜੀ ਚੀਜ਼ ਨਹੀਂ ਮਾਲਕ ਨੇ ਬਣਾ ਕੇ ਭੇਜੀ। ਇਹਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਵਸਦਾ ਹੈ, ਸਾਡੇ ਸਰੀਰ ਵਿੱਚ, ਸਾਡੀ ਦੇਹੀ ਦੇ ਅੰਦਰ। ਇਸ ਲਈ ਜਿਹੜੀ ਗੁਰੂ ਬਾਣੀ ਹੈ ਨਾ, ਗੁਰੂ ਬਾਣੀ ਸਾਨੂੰ ਦਿੰਦੀ ਹੈ ਗਿਆਨ ਪਰਮਾਤਮਾ ਦਾ, ਸਾਡੇ ਸਰੀਰ ਦਾ ਸਾਨੂੰ ਗਿਆਨ ਮਿਲਦਾ ਹੈ, ਉਸ ਮਾਲਕ ਨਾਲ ਜੁੜਨਾ ਕਿਸ ਤਰ੍ਹਾਂ ਹੈ ਇਹ ਵੀ ਸਾਨੂੰ ਗਿਆਨ ਮਿਲਦਾ ਹੈ। ਇਸ ਲਈ ਗੁਰੂ ਬਾਣੀ ਨੇ ਆਖਿਆ ਕਿ ਜਿਹੜਾ ਸਾਡਾ ਸੂਖਮ ਸਰੀਰ ਹੈ ਨਾ, ਸੂਖਮ ਸਰੀਰ ਇਹ ਕਰਮ ਬਣਾਉਂਦਾ ਹੈ, ਤੇ ਸਰੀਰ ਜਿਹੜਾ ਹੈ ਨਾ ਅਸਥੂਲ, ਇਹ ਕਰਮ ਕਰਦਾ ਹੈ, ਇਹ ਜੋੜ ਦਿੰਦਾ ਹੈ ਸਰੀਰ, ਇਹ ਕਰਮ ਜੋੜ ਦਿੰਦਾ ਹੈ। ਅਸਥੂਲ ਸਰੀਰ ਨੇ ਕਰਮ ਜੋੜੀ ਜਾਣੇ ਹਨ, ਸੂਖਮ ਸਰੀਰ ਨੇ ਕਰਮ, ਉਹਨੇ ਸੋਚਣਾ ਹੈ ਕਿ ਮੈਂ ਆਹ ਕਰਮ ਕਰਾਂ, ਤੇ ਬੀਜ ਉੱਥੋਂ ਪੈਦਾ ਹੁੰਦਾ ਹੈ ਸੂਖਮ ਸਰੀਰ ਵਿੱਚੋਂ। ਅਸਥੂਲ ਸਰੀਰ ਨੇ ਉਹਨੂੰ ਪੈਦਾ ਕਰ ਦੇਣਾ ਹੈ। ਇਸ ਲਈ 3 ਤਰ੍ਹਾਂ ਦੇ ਕਰਮ ਹਨ, ਕਿਰਿਆਮਾਨ, ਸੰਚਿਤ ਅਤੇ ਪ੍ਰਾਲਬਧ। ਕਿਰਿਆਮਾਨ ਕਰਮ ਆਖਦੇ ਹਨ ਜੋ ਅਸੀਂ ਆਖਦੇ ਹਾਂ ਨਾ, ਪਹਿਲਾਂ ਵੀ ਖੁਲਾਸਾ ਕੀਤਾ ਹੈ ਕਿ ਆਹ ਮੇਰਾ, ਮੈਂ ਪੈਦਾ ਕਰਦਾ ਹਾਂ, ਇਹ ਹੈ ਕਿਰਿਆਮਾਨ ਕਰਮ। ਜਦੋਂ ਆਪਾਂ ਆਖਿਆ ਨਾ ਕਿ ਮੈਂ ਪੈਦਾ ਕਰਦਾ ਹਾਂ, ਮੈਂ ਖਾਣ ਵਾਲਾ ਹਾਂ, ਮੇਰਾ ਸਰੀਰ ਹੈ, ਮੈਂ ਪਾਲਦਾ ਹਾਂ, ਜਦੋਂ ਵਿੱਚ ਮੈਂ ਤੇ ਮੇਰੀ ਆ ਜਾਂਦੀ ਹੈ, ਉਦੋਂ ਕਰਮ ਬਣਦਾ ਹੈ, ਉਦੋਂ ਕਰਮ ਬਣਦਾ। ਜਦੋਂ ਅਸੀਂ ਆਖ ਦਿੰਦੇ ਹਾਂ ਕਿ ਮੈਂ ਫਲਾਣੇ ਦੇ ਘਰੋਂ ਰੋਟੀ ਖਾਧੀ ਹੈ, ਮੈਨੂੰ ਉਹਨੇ ਰੋਟੀ ਖਵਾਈ, ਬਹੁਤ ਸੋਹਣੀ ਰੋਟੀ ਖਵਾਈ, ਜਦੋਂ ਆਪਾਂ ਆਖਦੇ ਹਾਂ ਕਿ ਮੈਂ ਖਾਧਾ, ਅਗਲੇ ਨੇ ਖਵਾਇਆ, ਉਦੋਂ ਇਹ ਕਰਮ ਬਣ ਗਿਆ, ਕਰਮ ਬਣ ਗਿਆ, ਕਿਰਿਆਮਾਨ ਕਰਮ। ਜੇ ਅਸੀਂ ਆਖੀਏ ਕਿ ਮਾਲਕ ਹੀ ਦਿੰਦਾ ਹੈ ਸਾਰਿਆਂ ਨੂੰ, ਉਹੀ ਸਾਰਿਆਂ ਨੂੰ ਪਾਲਦਾ ਏ, ਜੇ ਮੈਂ ਖਾਧਾ ਏ ਤੇ ਮਾਲਕ ਦਾ ਹੀ ਖਾਧਾ ਏ। ਅਰਦਾਸ ਕਰਦੇ ਆ ਨਾ ਆਪਾਂ, ਸਤਿਗੁਰੂ ਜੀ ਦਾਣਾ ਪਾਣੀ ਆਪ ਦਾ, ਸੇਵਾ ਗੁਰਸਿੱਖਾਂ ਦੀ। ਦਾਣਾ ਪਾਣੀ ਦੇਣ ਵਾਲਾ ਤੇ ਪਰਮੇਸ਼ਰ ਆਪ ਹੀ ਹੈ, ਤੇ ਸੇਵਾ ਸਾਡੀ ਦੂਜੇ ਲੋਕ ਕਰਦੇ ਹਨ, ਉਹਨਾਂ ਦਾ ਕੰਮ ਹੈ ਸੇਵਾ ਕਰਨੀ, ਉਹਨਾਂ ਨੂੰ ਇਹਦਾ ਫਲ ਮਿਲੇਗਾ ਸੇਵਾ ਕਰਨ ਦਾ। ਪਰ ਦੇਣ ਵਾਲਾ ਤੇ ਪਰਮੇਸ਼ਰ ਵਾਹਿਗੁਰੂ ਹੈ ਨਾ। ਇਸ ਲਈ ਜਦੋਂ ਅਸੀਂ ਆਖਿਆ ਕਿ ਮੈਂ ਖਾਧਾ, ਮੈਂ ਖਵਾਇਆ, ਉਹ ਕਿਰਿਆਮਾਨ ਕਰਮ ਹੋ ਗਿਆ, ਉਹ ਸੰਚਿਤ ਹੋ ਗਏ। ਉਹ ਜਿਹੜੇ ਕਰਮ ਹਨ ਉਹ ਸੰਚਿਤ ਹੋ ਗਏ, ਇਕੱਠੇ ਹੋ ਜਾਂਦੇ ਹਨ, ਸੰਸਕਾਰ ਬਣ ਗਏ। ਇਕੱਠੇ ਕਿੱਥੇ ਹੁੰਦੇ ਹਨ, ਇਹਦਾ ਖੁਲਾਸਾ ਆਪਾਂ ਬਾਅਦ ਵਿੱਚ ਕਰਦੇ ਹਾਂ। ਉਹ ਕਿਰਿਆਮਾਨ ਜਿਹੜੇ ਕਰਮ ਕੀਤੇ ਸੀ ਉਹ ਇਕੱਠੇ ਹੋ ਗਏ, ਫਿਰ ਆਪਾਂ ਉਹ ਪਰਾਲਬਧ ਭੋਗਦੇ ਹਾਂ, ਫਿਰ ਆਪਾਂ ਨਤੀਜਾ ਭੋਗਦੇ ਹਾਂ, ਦੁੱਖ ਭੋਗ ਲਈਏ, ਸੁੱਖ ਭੋਗ ਲਈਏ, ਸਾਰਾ ਕੁਝ ਭੋਗਦੇ ਹਾਂ। ਇਸ ਲਈ 3 ਤਰ੍ਹਾਂ ਦੇ ਕਰਮ ਹੋ ਗਏ, 3 ਤਰ੍ਹਾਂ ਦਾ ਸਰੀਰ ਹੋ ਗਿਆ। ਕਰਮ ਪੈਦਾ ਹੁੰਦਾ ਹੈ ਸੂਖਮ ਸਰੀਰ ਵਿੱਚੋਂ, ਤੇ ਕਰਮ ਨੂੰ ਭੋਗਦਾ ਹੈ ਅਸਥੂਲ ਸਰੀਰ। ਤੇ ਇਹ ਕਰਮ ਇਕੱਠੇ ਕਿੱਥੇ ਹੁੰਦੇ ਹਨ? ਜਿਹੜੇ ਸਾਡੇ ਸੰਸਕਾਰ ਹਨ,
ਸੰਸਕਾਰ ਸਾਡੇ ਇਕੱਠੇ ਹੁੰਦੇ ਹਨ। ਸਾਡਾ ਜੋ ਕਾਰਨ ਸਰੀਰ ਹੈ, ਤੀਸਰਾ ਸਰੀਰ, ਉਹਦੇ ਵਿੱਚ ਜਾ ਕੇ ਸਾਡੇ ਸੰਸਕਾਰ ਜਮ੍ਹਾਂ ਹੋਈ ਜਾਂਦੇ ਹਨ। ਸੰਸਕਾਰ ਕਰਮ ਵੇਖੋ, ਜਿਹੜਾ ਸੂਖਮ ਸਰੀਰ ਹੈ ਤੇ ਅਸਥੂਲ ਸਰੀਰ ਹੈ, ਇਹ ਤੇ ਖਤਮ ਹੋ ਜਾਂਦਾ ਹੈ। ਸਾਡਾ ਜਿਹੜਾ ਹੈ ਨਾ ਅਸਥੂਲ ਸਰੀਰ, ਇਹ ਤੇ ਅੱਗ ਵਿੱਚ ਸੜ ਜਾਂਦਾ ਹੈ, ਡੁੱਬ ਜਾਂਦਾ ਹੈ, ਮਿੱਟੀ ਵਿੱਚ ਰਲ ਜਾਂਦਾ ਹੈ। ਤੇ ਜਿਹੜਾ ਸੂਖਮ ਸਰੀਰ ਹੈ ਤੇ ਕਾਰਨ ਸਰੀਰ, ਇਹ ਸਾਡੇ ਨਾਲ ਹੀ ਜਾਂਦੇ ਹਨ। ਇਹ ਦੋ ਸਰੀਰ ਸਾਡੇ ਨਾਲ ਹੀ ਜਾਂਦੇ ਹਨ। ਸਮਾਂ ਪਾ ਕੇ ਜਦੋਂ ਮਹਾਪਰਲੋ ਆਵੇਗੀ ਨਾ, ਜਦੋਂ ਸਾਰਾ ਬ੍ਰਹਿਮੰਡ ਹੀ ਖਤਮ ਹੋ ਜਾਵੇਗਾ, ਉਦੋਂ ਸੂਖਮ ਸਰੀਰ ਨੇ ਵੀ ਖਤਮ ਹੋ ਜਾਣਾ। ਹੁਣ ਸੂਖਮ ਸਰੀਰ ਖਤਮ ਨਹੀਂ ਹੁੰਦਾ, ਹੁਣ ਅਸਥੂਲ ਸਰੀਰ ਹੀ ਖਤਮ ਹੁੰਦਾ ਏ। ਸੂਖਮ ਸਰੀਰ ਸਾਡੇ ਨਾਲ ਹੀ ਜਾਂਦਾ ਏ। ਸਾਡੇ ਕਰਮ ਸਾਡੇ ਨਾਲ ਜਾਂਦੇ ਹਨ, ਇਹ ਸਾਡੇ ਨਾਲ ਜਾਣਗੇ। ਮਨ ਕਦੇ ਮਰਦਾ ਏ, ਬੁੱਧੀ, ਸਾਡਾ ਚਿੱਤ, ਹੰਕਾਰ, ਇਹ ਨਾਲ ਹੀ ਜਾਂਦੇ ਹਨ। ਇਹ ਨਹੀਂ ਕਦੇ ਮਰਦੇ, ਕਦੇ ਨਹੀਂ ਮਰਨਗੇ। ਇਸ ਲਈ ਸੂਖਮ ਸਰੀਰ ਨਾਲ ਜਾਂਦਾ ਹੈ। ਤੇ ਪਰ ਜਦੋਂ ਮਹਾਪਰਲੋ ਆਵੇਗੀ, ਮਹਾਪਰਲੋ, ਉਦੋਂ ਅਸਥੂਲ ਸਰੀਰ ਵੀ ਖਤਮ ਹੋ ਜਾਂਦਾ ਹੈ, ਸੂਖਮ ਸਰੀਰ ਵੀ ਖਤਮ ਹੋ ਜਾਂਦਾ ਹੈ। ਤੇ ਜਿਹੜਾ ਹੈ ਕਾਰਨ ਸਰੀਰ, ਉਹ ਖਤਮ ਨਹੀਂ ਹੁੰਦਾ। ਕਾਰਨ ਸਰੀਰ ਜਿਹੜਾ ਹੈ, ਇਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਰਹਿੰਦਾ ਹੈ, ਪਰਮੇਸ਼ਰ ਦੀ ਹਜ਼ੂਰੀ ਵਿੱਚ। ਤੇ ਜਦੋਂ ਮਹਾਪਰਲੋ ਆਉਂਦੀ ਹੈ, ਮਹਾਪਰਲੋ ਦੇ ਸਮੇਂ ਸਿਰਫ ਕਾਰਨ ਸਰੀਰ ਰਹਿ ਜਾਂਦਾ ਹੈ, ਬਾਕੀ ਸਾਰਾ ਕੁਝ ਖਤਮ ਹੋ ਜਾਂਦਾ ਹੈ। ਜਦੋਂ ਪਰਮੇਸ਼ਰ ਫਿਰ ਦੁਬਾਰਾ ਸੰਸਾਰ ਨੂੰ ਪੈਦਾ ਕਰਨਗੇ, ਪਰਮੇਸ਼ਰ, ਉਦੋਂ ਇਹ ਜਿਹੜਾ ਕਾਰਨ ਸਰੀਰ ਹੈ, ਜਿਹਦੇ ਵਿੱਚ ਸਾਡੇ ਸੰਸਕਾਰ ਪਏ ਹਨ, ਪਰਮਾਤਮਾ ਨੇ ਸਾਡੇ ਸੰਸਕਾਰ ਵੇਖ ਕੇ ਸਾਨੂੰ ਫੇਰ ਭੇਜ ਦੇਣਾ ਹੈ। ਮੁਕਤੀ ਨਹੀਂ ਮਿਲੀ। ਜੇ ਅਸੀਂ ਸੋਚੀਏ ਜਦੋਂ ਬ੍ਰਹਿਮੰਡ ਖਤਮ ਹੋ ਗਿਆ ਸਾਨੂੰ ਮੁਕਤੀ ਮਿਲ ਜਾਵੇਗੀ, ਨਹੀਂ, ਮੁਕਤੀ ਨਹੀਂ ਅਜੇ ਤੱਕ ਮਿਲੀ। ਕਿਉਂਕਿ ਸਾਡੇ ਸੰਸਕਾਰ ਜਿਹੜੇ ਹਨ, ਉਹ ਕਾਰਨ ਸਰੀਰ ਵਿੱਚ ਪਏ ਹਨ। ਇਸ ਕਰਕੇ ਮੁਕਤੀ ਨਹੀਂ ਮਿਲੀ। ਜਦੋਂ ਫਿਰ ਦੁਬਾਰਾ ਬ੍ਰਹਿਮੰਡ ਬਣੇਗਾ, ਭਾਵੇਂ ਕਈ ਯੁੱਗਾਂ ਬਾਅਦ ਬਣੇ, ਜਦੋਂ ਫਿਰ ਦੁਬਾਰਾ ਬ੍ਰਹਿਮੰਡ ਬਣੇਗਾ, ਉਦੋਂ ਪਰਮੇਸ਼ਰ ਨੇ ਸਾਡੇ ਸੰਸਕਾਰ ਵੇਖ ਕੇ ਫਿਰ ਸਾਡੇ ਕਾਰਨ ਸਰੀਰ ਨੂੰ ਸੂਖਮ ਸਰੀਰ ਤੇ ਅਸਥੂਲ ਸਰੀਰ ਦੇ ਕੇ ਫਿਰ ਇੱਥੇ ਭੇਜ ਦੇਣਾ। ਫਿਰ ਉਹੀ ਜਨਮ ਮਰਨ ਦਾ ਗੇੜਾ, ਫਿਰ ਜਨਮ ਮਰਨ ਦਾ ਗੇੜਾ ਇਸ ਤਰ੍ਹਾਂ ਚੱਲਦਾ ਰਹੇਗਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸੂਖਮ ਸਰੀਰ, ਕਾਰਨ ਸਰੀਰ, ਅਸਥੂਲ ਸਰੀਰ, ਇਹਦੇ ਵੱਲੋਂ ਸਾਨੂੰ ਮੁਕਤੀ ਮਿਲ ਜਾਵੇ ਤੇ ਆਤਮਾ ਸਦੀਵ ਸਮੇਂ ਵਾਸਤੇ ਪਾਰ ਬ੍ਰਹਮ ਦੇ ਦੇਸ਼ ਵਿੱਚ ਵਸਦੀ ਰਵੇ, ਆਤਮਾ ਸੱਚਖੰਡ ਦੇ ਵਿੱਚ ਸਦੀਵ ਸਮੇਂ ਵਾਸਤੇ ਵਸਦੀ ਰਵੇ, ਕਦੇ ਮੁੜ ਕੇ ਇੱਥੇ ਨਾ ਆਵੇ, ਤੇ ਫਿਰ ਸਾਨੂੰ ਗੁਰੂ ਨਾਲ ਜੁੜ ਕੇ ਤੇ ਨਾਮ ਤੇ ਸ਼ਬਦ ਦੀ ਅਤੁੱਟ ਕਮਾਈ ਕਰਨੀ ਪਵੇਗੀ। ਨਿਸ਼ਕਾਮ ਕਰਮ ਕਰਨੇ ਪੈਣਗੇ, ਉਹਦੀ ਉਪਾਸਨਾ ਕਰਨੀ ਪਵੇਗੀ ਤੇ ਗਿਆਨ ਦੇ ਅਧਿਕਾਰੀ ਹੋਣਾ ਪਵੇਗਾ। ਗਿਆਨ ਦੇ ਅਧਿਕਾਰੀ, ਗਿਆਨ ਸਤਿਗੁਰ ਸਾਨੂੰ ਦੇ ਰਹੇ ਹਨ ਤੇ ਸਿਰਫ ਉਪਾਸਨਾ ਰਹਿ ਜਾਂਦੀ ਹੈ। ਗਿਆਨ ਤੇ ਸਾਡੇ ਕੋਲ ਹੈ, ਪਰ ਅਸੀਂ ਉਪਾਸਨਾ ਨਹੀਂ ਕਰਦੇ ਪਏ। ਉਪਾਸਨਾ ਆਖਦੇ ਹਨ ਭਗਤੀ ਕਰਨੀ। ਸਾਡਾ ਧਿਆਨ ਭਗਤੀ ਵੱਲ ਨਹੀਂ, ਸਾਡਾ ਧਿਆਨ ਇੱਧਰ ਨੂੰ ਨਹੀਂ ਹੈ ਕਿ ਅਸੀਂ ਭਗਤੀ ਕਰਕੇ, ਨਾਮ ਜਪ ਕੇ ਤੇ ਪਾਰ ਬ੍ਰਹਮ ਦੇ ਲੋਕ ਦੇ ਵਿੱਚ ਸਦੀਵ ਸਮੇਂ ਵਾਸਤੇ ਵਸ ਜਾਈਏ, ਸੱਚਖੰਡ ਦੇ ਵਿੱਚ ਪੱਕੇ ਰਹੀਏ, ਕਦੇ ਵੀ ਫਿਰ ਆਉਣ ਜਾਣ ਦਾ ਗੇੜਾ ਨਾ ਸਾਨੂੰ ਪਵੇ। ਇੱਧਰੋਂ ਸਾਨੂੰ ਬਹੁਤ ਘਾਟ ਹੈ, ਇੱਧਰੋਂ ਸਾਨੂੰ
ਇੱਕ ਵਾਰ ਪ੍ਰਹਿਲਾਦ ਭਗਤ ਨੂੰ ਪਰਮੇਸ਼ਰ ਭਗਵਾਨ ਜੀ ਨੇ ਪੁੱਛਿਆ ਸੀ ਕਿ ਪ੍ਰਹਿਲਾਦ, ਤੂੰ ਮੇਰਾ ਬੜਾ ਪਿਆਰਾ ਭਗਤ ਹੈ, ਆ ਮੈਂ ਤੈਨੂੰ ਹੁਣ ਬੈਕੁੰਠ ਧਾਮ ਲੈ ਜਾਵਾਂ। ਪ੍ਰਹਿਲਾਦ ਨੇ ਆਖਿਆ, ਜੀ ਮੇਰੀ ਜਿਹੜੀ ਪ੍ਰਜਾ ਹੈ ਨਾ, ਮੈਨੂੰ ਬਹੁਤ ਪਿਆਰ ਕਰਦੀ ਹੈ। ਮੈਂ ਚਾਹੁੰਦਾ ਹਾਂ ਕਿ ਮੇਰੀ ਪ੍ਰਜਾ ਵੀ ਮੇਰੇ ਨਾਲ ਹੀ ਜਾਵੇ। ਭਗਵਾਨ ਨੇ ਆਖਿਆ, ਪ੍ਰਹਿਲਾਦ ਇੱਕ ਵਾਰ ਸੋਚ ਲੈ, ਤੂੰ ਜਾਣਾ ਚਾਹੁੰਦਾ ਇਕੱਲਾ ਬੈਕੁੰਠ ਧਾਮ। ਜਿਹੜੀ ਪ੍ਰਜਾ ਤੂੰ ਵੇਖਦਾ ਏ, ਇਹਨਾਂ ਵਿੱਚੋਂ ਕੋਈ ਵੀ ਤਿਆਰ ਨਹੀਂ ਹੋਵੇਗਾ, ਭਾਵੇਂ ਪੁੱਛ ਕੇ ਵੇਖ ਲੈ। ਪ੍ਰਹਿਲਾਦ ਨੇ ਆਖਿਆ, ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਇਹ ਸਾਰੇ ਲੋਕ ਮੇਰੀ ਪੂਜਾ ਕਰਦੇ ਹਨ। ਪ੍ਰਹਿਲਾਦ ਨੇ ਆਪਣੇ ਸਿਪਾਹੀਆਂ ਨੂੰ ਆਖਿਆ, ਜਿਹੜੇ ਉਹਦੇ ਨੌਕਰ ਸਨ, ਚਾਕਰੀ ਕਰਨ ਵਾਲੇ। ਪ੍ਰਹਿਲਾਦ ਨੇ ਆਖਿਆ ਕਿ ਜਾਓ, ਇੱਕ ਪੋਥੀ ਲੈ ਜਾਓ ਕੋਰੀ, ਉਹਦੇ ਉੱਪਰ ਨਾਮ ਲਿਖੋ ਸਾਰਿਆਂ ਦੇ, ਕਿੰਨੇ ਕਿੰਨੇ ਜਾਣਾ ਹੈ ਬੈਕੁੰਠ ਧਾਮ, ਕਿਹੜਾ ਮੁਕਤੀ ਚਾਹੁੰਦਾ ਹੈ। ਜਿਹੜੇ ਚਾਕਰ ਸਨ ਨਾ ਪ੍ਰਹਿਲਾਦ ਭਗਤ ਦੇ, ਸਾਰੇ ਪਿੰਡ ਦੀ ਪਰਿਕਰਮਾ ਕੀਤੀ, ਘਰ ਘਰ ਗਏ ਤੇ ਪਹਿਲੇ ਘਰ ਜਾ ਕੇ ਆਖਣ ਲੱਗੇ ਕਿ ਪ੍ਰਹਿਲਾਦ ਭਗਤ ਨੇ ਤੁਹਾਨੂੰ ਸੁਨੇਹਾ ਦਿੱਤਾ ਏ। ਪ੍ਰਹਿਲਾਦ ਭਗਤ ਨੂੰ ਭਗਵਾਨ ਜੀ ਨੇ ਆਖਿਆ ਕਿ ਜਿੰਨੇ ਵੀ ਸੱਚਖੰਡ ਆਉਣਾ ਏ, ਜਿੰਨੇ ਵੇਖਣਾ ਏ ਬੈਕੁੰਠ ਧਾਮ, ਉਹ ਆਪਣਾ ਨਾਮ ਲਿਖਾ ਦਵੋ। ਤੁਸੀਂ ਜਾਣਾ ਏ ਬੈਕੁੰਠ ਧਾਮ, ਵੇਖਣਾ ਏ ਤੁਸੀਂ। ਅੱਗੋਂ ਉਸਨੇ ਆਖਿਆ ਕਿ ਭਾਈ ਰਾਮ ਰਾਮ ਬੋਲ, ਮੈਂ ਕਿਉਂ ਜਾਵਾਂ ਬੈਕੁੰਠ ਧਾਮ ਨੂੰ, ਮੇਰਾ ਤਾਂ ਜੇ ਵਿਆਹ ਹੋਣਾ ਏ, ਬਹੁਤ ਕੰਮ ਮੇਰੇ ਕਰਨ ਵਾਲੇ ਹਨ, ਮੈਂ ਨਹੀਂ ਜਾਣਾ। ਦੂਜੇ ਘਰ ਗਏ, ਉਹਨੇ ਆਖਿਆ ਕਿ ਜੇ ਮੈਂ ਚਲਾ ਜਾਵਾਂਗਾ ਬੈਕੁੰਠ ਨਗਰੀ ਪਰਮੇਸ਼ਰ ਦੇ ਕੋਲ, ਤੇ ਮੇਰਾ ਪਰਿਵਾਰ ਜਿਹੜਾ ਏ, ਇਹਨਾਂ ਨੂੰ ਖਵਾਏਗਾ ਕੌਣ? ਪਿੰਡ ਵਿੱਚੋਂ ਕੋਈ ਨਾ ਮੰਨਿਆ। ਪ੍ਰਹਿਲਾਦ ਬੜਾ ਸ਼ਰਮਿੰਦਾ ਹੋਇਆ, ਸ਼ਰਮਸ਼ਾਰ ਹੋ ਗਿਆ ਕਿ ਹੁਣ ਮੈਂ ਭਗਵਾਨ ਨੂੰ ਕੀ ਜਵਾਬ ਦੇਵਾਂਗਾ। ਭਗਵਾਨ ਨੇ ਆਖਿਆ ਪ੍ਰਹਿਲਾਦ ਨੂੰ, ਤੂੰ ਘਬਰਾ ਨਾ, ਮੈਨੂੰ ਪਤਾ ਏ ਤੂੰ ਪ੍ਰੇਮ ਕਰਦਾ ਆਪਣੀ ਪ੍ਰਜਾ ਨੂੰ, ਤੂੰ ਚਾਹੁੰਦਾ ਏ ਮੈਂ ਇਹਨਾਂ ਦਾ ਜਨਮ ਤੇ ਮਰਨ ਕੱਟ ਦੇਵਾਂ, ਪਰ ਇਹ ਨਹੀਂ ਚਾਹੁੰਦੇ। ਚਲੋ, ਜੇ ਤੇਰੇ ਦੇਸ਼ ਦੇ ਵਿੱਚ ਕੋਈ ਪਸ਼ੂ ਪੰਛੀ ਆਉਣਾ ਚਾਹੁੰਦਾ ਏ ਨਾ, ਉਹਨੂੰ ਲੈ ਲੈ। ਪ੍ਰਹਿਲਾਦ ਭਗਤ ਨੇ ਆਪਣੀ ਸੱਤਾ ਦੇ ਕੇ ਇੱਕ ਸੂਰ ਨੂੰ ਪੁੱਛਿਆ, ਸੱਤਾ ਦੇ ਕੇ ਉਹਦੇ ਕੋਲੋਂ ਭਾਖਿਆ ਕਰਵਾਈ। ਸੂਰ ਨੂੰ ਪੁੱਛਿਆ ਕਿ ਤੂੰ ਜਾਣਾ ਚਾਹੁੰਦਾ ਹੈ ਪਰਮੇਸ਼ਰ ਦੇ ਦੇਸ਼ ਦੇ ਵਿੱਚ, ਉਹਦੇ ਘਰ ਜਾਣਾ ਹੈ, ਵੇਖਣਾ ਹੈ ਘਰ ਉਹਦਾ। ਸੂਰ ਨੇ ਆਖਿਆ, ਮੈਂ ਜਾਣ ਨੂੰ ਤਿਆਰ ਤੇ ਜ਼ਰੂਰ ਹਾਂ, ਪਰ ਮੇਰੀ ਇੱਕ ਸ਼ਰਤ ਹੈ, ਜੇ ਮੇਰੇ ਨਾਲ ਮੇਰੇ ਬੱਚੇ ਵੀ ਜਾਣ, ਮੇਰਾ ਪਰਿਵਾਰ ਵੀ ਜਾਵੇ। ਪਰਮੇਸ਼ਰ ਨੇ ਆਏ ਪ੍ਰਹਿਲਾਦ ਨੂੰ ਆਖਿਆ ਕਿ ਮੈਨੂੰ ਮਨਜ਼ੂਰ ਹੈ, ਮੈਂ ਸੂਰ ਦੀ ਘਰ ਵਾਲੀ ਸੂਕਰੀ, ਉਹਦੇ ਬੱਚਿਆਂ ਨੂੰ ਲੈ ਜਾਣਾ, ਕੋਈ ਗੱਲ ਨਹੀਂ, ਤੁਸੀਂ ਤਿਆਰੀ ਕਰੋ। ਜਦੋਂ ਜਾਣ ਦੀ ਤਿਆਰੀ ਕੀਤੀ, ਸੂਰ ਨੇ ਆਖਿਆ ਕਿ ਰੁਕੋ, ਮੈਨੂੰ ਇਹ ਦੱਸੋ ਕਿ ਜੋ ਕੁਝ ਮੈਂ ਇੱਥੇ ਖਾਂਦਾ, ਮੈਨੂੰ ਪਰਮੇਸ਼ਰ ਦੇ ਘਰ ਵਿੱਚੋਂ ਮਿਲੇਗਾ? ਪ੍ਰਹਿਲਾਦ ਨੇ ਸੂਰ ਨੂੰ ਆਖਿਆ, ਤੇਰਾ ਦਿਮਾਗ ਤੇ ਠੀਕ ਹੈ, ਤੂੰ ਖਾਨਾ ਹੈ ਗੰਦਗੀ, ਸਾਰਾ ਦਿਨ ਵਿਸ਼ਟਾ ਦੇ ਵਿੱਚ ਗੂਹ ਗੰਦਗੀ ਦੇ ਵਿੱਚ ਮੂੰਹ ਮਾਰਦਾ ਹੈ, ਤੇ ਤੂੰ ਚਾਹੁੰਦਾ ਹੈ, ਸੋਚਦਾ ਹੈ ਕਿ ਗੂਹ ਗੰਦਗੀ ਮੈਨੂੰ ਸੱਚਖੰਡ ਵਿੱਚੋਂ ਮਿਲੇ। ਉੱਥੇ ਨਹੀਂ ਭਾਈ, ਤੈਨੂੰ ਇਹ ਗੂਹ ਗੰਦਗੀ ਮਿਲਣੀ। ਤੇ ਫਿਰ ਸੂਰ ਨੇ ਆਖਿਆ ਕਿ ਮੈਂ ਕੀ ਕਰਨਾ ਹੈ ਫਿਰ ਉੱਥੇ, ਮੈਂ ਉੱਥੇ ਫਿਰ ਕੀ ਕਰਨਾ ਹੈ, ਜਦੋਂ ਮੈਨੂੰ ਉੱਥੇ ਵਿਸ਼ਟਾ ਨਹੀਂ ਖਾਣ ਨੂੰ ਮਿਲਣੀ, ਗੂਹ ਗੰਦਗੀ ਖਾਣ ਵਾਸਤੇ ਮੈਨੂੰ ਮਿਲਣਾ ਹੀ ਨਹੀਂ ਹੈ, ਤੇ ਫਿਰ ਮੈਂ ਕੀ ਕਰਨਾ ਹੈ ਪਰਮੇਸ਼ਰ ਦੇ ਘਰ। ਪ੍ਰਹਿਲਾਦ ਨੇ ਆਖਿਆ, ਕਮਲਿਆ, ਤੂੰ ਕਮਲਾ ਤੇ ਨਹੀਂ ਹੋ ਗਿਆ, ਉੱਥੇ ਆਨੰਦ ਹੈ, ਉੱਥੇ ਸੁੱਖ ਹੈ,
ਉੱਥੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਗੰਦਗੀ ਇਹ ਚੀਜ਼ਾਂ ਬਿਲਕੁਲ ਵੀ ਨਹੀਂ। ਆਨੰਦ ਭੋਗੇਗਾ, ਜਨਮ ਮਰਨ ਤੇਰਾ ਖਤਮ ਹੋ ਜਾਵੇਗਾ। ਸੂਰ ਨੇ ਆਖਿਆ ਕਿ ਤੈਨੂੰ ਕੀ ਪਤਾ ਕਿ ਗੂ ਗੰਦਗੀ ਖਾ ਕੇ ਕਿੰਨਾ ਸੁੱਖ ਮਿਲਦਾ ਹੈ। ਧੰਨ ਗੁਰੂ ਪਿਤਾ ਨੇ ਬਾਣੀ ਵਿੱਚ ਆਖਿਆ, ਵਿਸ਼ਟਾ ਕੇ ਕੀਰੇ ਵਿਸ਼ਟਾ ਮਾਹੇ ਸਮਾਏ। ਗੰਦਗੀ ਖਾਣ ਵਾਲਾ ਗੰਦਗੀ ਖਾ ਕੇ ਖੁਸ਼ ਰਹਿੰਦਾ ਹੈ। ਵਿਸ਼ਟਾ ਕੇ ਕੀਰੇ, ਵਿਸ਼ਟਾ ਆਖਦੇ ਹਨ ਮਨੁੱਖ ਦੀ ਤੇ ਪਸ਼ੂ ਪੰਛੂਆਂ ਦੀ ਜਿਹੜੀ ਗੰਦਗੀ ਨਹੀਂ ਹੁੰਦੀ, ਗੂੰ ਗੰਦ, ਉਹਨੂੰ ਵਿਸ਼ਟਾ ਆਖਿਆ ਜਾਂਦਾ ਹੈ। ਤੇ ਜਿਹੜਾ ਵਿਸ਼ਟਾ ਖਾਣ ਵਾਲਾ ਹੈ ਨਾ, ਜਿਹੜਾ ਵਿਸ਼ਟਾ ਖਾਂਦਾ ਹੈ, ਸੂਰ ਭਾਵੇਂ ਕੁੱਤਾ ਭਾਵੇਂ ਕਾਂ, ਉਹ ਗੰਦ ਖਾ ਕੇ ਹੀ ਸੁੱਖ ਭੋਗਦਾ ਹੈ। ਉਹਨੂੰ ਲੱਗਦਾ ਹੈ ਕਿ ਸਾਰਾ ਕੁਝ ਇਹਦੇ ਵਿੱਚ ਹੈ। ਇਸ ਲਈ ਪਰਮੇਸ਼ਰ ਦੀ ਕਦਰ ਨਹੀਂ ਹੈ ਕਿਸੇ ਨੂੰ। ਐਸਾ ਨਹੀਂ ਹੈ ਕਿ ਮਨੁੱਖਾਂ ਦੇ ਹੀ ਪਾ ਕੇ ਅਸੀਂ ਜਾ ਨਹੀਂ ਸਕਦੇ, ਉੱਥੇ ਜਾ ਸਕਦੇ ਹਾਂ, ਮੁਸ਼ਕਲ ਹੈ, ਅਸੀਂ ਜਾਣਾ ਨਹੀਂ ਚਾਹੁੰਦੇ। ਅਸੀਂ ਪਰਮੇਸ਼ਰ ਨੂੰ ਨਹੀਂ ਪਾਉਣਾ ਚਾਹੁੰਦੇ, ਅਸੀਂ ਪਰਮੇਸ਼ਰ ਦੇ ਕੋਲੋਂ ਉਹਦੀਆਂ ਦਾਤਾਂ ਲੈਣਾ ਚਾਹੁੰਦੇ ਹਾਂ, ਜਿਸ ਨੂੰ ਧੰਨ ਗੁਰੂ ਪਿਤਾ ਨੇ ਬਾਣੀ ਵਿੱਚ ਆਖਿਆ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾ ਈ ਖੋਵੈ। ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਇਹ ਉਸ ਮਾਲਕ ਨੂੰ ਨਹੀਂ ਪਾਉਣਾ ਚਾਹੁੰਦਾ। ਹਾਂ, ਉਹਨੂੰ ਸਾਹਮਣੇ ਰੱਖ ਕੇ, ਉਹਦਾ ਮੁੱਦਾ ਬਣਾ ਕੇ, ਪਰਮੇਸ਼ਰ ਨੂੰ, ਉਹਦਾ ਨਾਮ ਜਪ ਕੇ ਤੇ ਉਹਦੇ ਕੋਲੋਂ ਸੰਸਾਰ ਦੀਆਂ ਚੀਜ਼ਾਂ ਲੈਣਾ ਚਾਹੁੰਦਾ ਹੈ, ਪਰ ਉਹਨੂੰ ਨਹੀਂ ਪਾਉਣਾ ਚਾਹੁੰਦਾ। ਮਨੁੱਖ ਆਖਦਾ ਮੈਨੂੰ ਤੇਰੀ ਥੋੜ੍ਹਾ ਲੋੜ ਹੈ ਪਰਮੇਸ਼ਰ ਦੀ, ਮੈਨੂੰ ਤੇਰੀ ਲੋੜ ਨਹੀਂ, ਮੈਨੂੰ ਤੇ ਤੂੰ ਸੰਸਾਰ ਦੇ ਸੁੱਖ ਦੇ, ਬਸ ਤੈਨੂੰ ਪਾ ਕੇ ਮੈਂ ਕੀ ਕਰਨਾ ਹੈ। ਤੇਰੀ ਜਿਹੜੀ ਲੋੜ ਹੈ ਨਾ, ਪਰਮੇਸ਼ਰ ਦੀ ਲੋੜ, ਪਰਮੇਸ਼ਰ ਦੀ ਲੋੜ ਭਗਤੀ ਕਰਨ ਵਾਲੇ ਜਿਹੜੇ ਸੰਤ ਭਗਤ ਹਨ ਉਹਨਾਂ ਨੂੰ ਹੈ। ਸਾਨੂੰ ਕੀ ਲੋੜ ਹੈ ਤੁਹਾਡੀ? ਮਹਾਂਪੁਰਖਾਂ ਨੂੰ ਚਾਹੀਦਾ ਹੈ ਪਰਮੇਸ਼ਰ, ਸੰਤਾਂ ਨੂੰ। ਸਾਨੂੰ ਆਮ ਮਨੁੱਖਾਂ ਨੂੰ ਉਹਦੀ ਕੋਈ ਲੋੜ ਨਹੀਂ। ਸਾਨੂੰ ਤੇ ਸਿਰਫ ਸੰਸਾਰ ਦੇ ਪਦਾਰਥ ਦੇਵੋ। ਇਸੇ ਕਰਕੇ ਜਨਮ ਮਰਨ ਦੇ ਗੇੜਿਆਂ ਵਿੱਚ ਘੁੰਮਦੇ ਹਾਂ।